ਅੱਛਾ ਇੱਥੋਂ ਤੱਕ ਛੱਤ ਉੱਡੀ। ਹਾਂਜੀ ਕਿਆਮਤ ਆ ਗਈ। ਅੱਛਾ ਇਸ ਘਰ ਦੇ ਬੱਚੇ ਹਾਂਜੀ ਇਹਨਾਂ ਦੇ ਵੀ ਮਰ ਗਏ ਵਿਚਾਰਿਆਂ ਦੇ ਆ ਜਿਹੜੇ ਜਿਹੜੇ ਥੱਲੇ ਆਏ ਆ ਨਾ ਕੋਈ ਵੀ ਨਹੀਂ ਬਚਿਆ ਹੈਗਾ। ਸਵਾਏ ਉਹ ਘਰ ਦੇ ਉਹ ਜਿਹੜਾ ਝੰਡੇ ਵਾਲਾ ਘਰ ਆ ਉਹਨੂੰ ਉਦੋਂ ਇੱਕ ਬੁੱਢੀ ਨਿਕਲੀ ਬਸ। ਉਹਦੇ ਤੋਂ ਬਾਕੀ ਬਚ ਗਏ ਆ। ਬਾਕੀ ਸਾਰੇ ਮਰ ਗਏ। ਓਏ ਹੋਏ 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 ਅਰਫਾਨ ਦਾ ਘਰ ਉਹ ਨਾ ਅਰਫਾਨ ਕਾ ਆਹੋ ਇਹਦੇ ਵੀ ਸਾਰੇ ਮਰ ਗਏ। ਦਾ ਪਿਓ ਵੀ ਮਰ ਗਿਆ। ਆ ਇਹਦਾ ਹਾਂ ਇਹਦਾ ਪਿਓ ਵੀ ਮਲਬੇ ਦੇ ਥੱਲੇ ਹੀ ਆ ਹਜੇ ਵੀ। ਵਿਚਾਰਾ ਲਮਕਿਆ ਸੀ ਬਾਬਾ ਜੀ ਸਾਲ ਹੋ ਗਿਆ ਸੀ। ਇਹਨਾਂ ਨੇ ਉਹ ਮਾਰਨ ਡਏ ਆ ਉਹ ਬੋਝੇ ਲਈ ਅੱਗ ਦਾ ਐਡਾ ਪ੍ਰੋਬਲਮ ਨਹੀਂ ਹੋਣਾ ਹੈਗਾ। ਇਹ ਹੈ ਕਿ ਬੁੱਝ ਜਾਵੇ ਨਾ ਅਰਫਾਨ ਦਾ ਜਿਹੜਾ फैसलाबाद ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਜਿਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੇ ਨਾਲ 15 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਚਲੇ ਗਈਆਂ। ਮੈਂ ਇਸ ਵਕਤ ਉਸ ਫੈਕਟਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਧਮਾਕਾ ਹੋਇਆ ਸੀ। ਕਿਸ ਤਰ੍ਹਾਂ ਧਮਾਕਾ ਹੋਇਆ ਸੀ ਕਿਉਂਕਿ ਮੇਰੇ ਤੋਂ ਪਹਿਲੇ ਇੱਥੇ ਤਲਹਾ ਬਾਜਵਾ ਮੌਜੂਦ ਸੀ ਕਿਉਂਕਿ ਤਲਹਾ ਬਾਜਵਾ ਨੇ ਇੱਥੇ ਸਾਰੀ ਰਿਪੋਰਟ ਦਿੱਤੀ। ਤਲਹਾ ਕਿਸ ਤਰ੍ਹਾਂ ਇਹ ਸਾਰਾ ਵਕੂਆ ਹੋਇਆ ਤੇ ਕਿਸ ਤਰ੍ਹਾਂ ਅੱਗ ਲੱਗੀ ਹੈ, ਕਿਸ ਤਰ੍ਹਾਂ ਲੋਕਾਂ ਦੇ ਘਰ ਡਿੱਗ ਪਏ, ਲੋਕਾਂ ਦੀਆਂ ਇੰਨੀਆਂ ਜਾਨਾਂ ਚਲੇ ਗਈਆਂ। जी बिल्कुल मौजम भाई रात गए तकरीबन फजर का टाइम सी जदों यह वाकया होया है ਤੇ ਪਹਿਲੇ ਇਬਤਦਾਈ ਜਿਹੜੀ ਰਿਪੋਰਟ ਸਾਨੂੰ ਵੀ ਮਸੂਲ ਹੋਈ ਸੀ ਅਤੇ ਉੱਤੇ ਤੋਂ ਜਿਹੜਾ ਨਿਊਜ਼ ਵੀ ਦਿੱਤੀ ਹੈ ਕਿ ਇਹ ਸੀ ਕਿ ਬੋਇਲਰ ਦਾ ਧਮਾਕਾ ਹੋਇਆ। ਉਹ ਵੀ ਇੱਕ ਨਹੀਂ ਤਿੰਨ ਬੋਇਲਰ ਜਿਹੜੇ ਨੇ। ਲੇਕਿਨ ਹੁਣ ਬਾਅਦ ਦੇ ਜਿਹੜੇ ਰੈਸਕਿਊ ਦੀ ਜਾਨਬ ਤੋਂ ਤੇ ਜਿਹੜਾ ਜ਼ਿਲ੍ਹਾ ਇੰਤਜ਼ਾਮੀ ਜਾਨਬ ਤੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਫੈਕਟਰੀ 'ਚ ਬੋਇਲਰ ਜਿਹੜਾ ਉਹ ਮੌਜੂਦ ਹੀ ਨਹੀਂ ਸੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸਿਲੰਡਰ ਧਮਾਕਾ ਹੋਇਆ ਹੈ, ਗੈਸ ਲੀਕ ਹੋਈ ਸੀ। ਲੇਕਿਨ ਇਹ ਇੱਕ ਫੈਕਟਰੀ ਨਹੀਂ, ਇਹ ਤਿੰਨ ਫੈਕਟਰੀਆਂ ਸੀ। ਇਹ ਜਿਹੜੀ ਫੈਕਟਰੀ ਹੈ ਇੱਥੇ ਬੰਦੀ ਸੀ ਗਲੂ ਜਿਹੜੀ ਤੁਸੀਂ ਵੇਖ ਸਕਦੇ ਹੋ ਕਿ ਸਾਰੀ ਜ਼ਮੀਨ ਬੋਸ ਹੋ ਗਈ ਹੈ। ਇੱਥੇ ਇਸ ਕਦਰ ਜ਼ੋਰਦਾਰ ਧਮਾਕਾ ਹੋਇਆ। ਮੇਰਾ ਘਰ ਜਿਹੜਾ ਗ੍ਰੀਨ ਟਾਊਨ ਹੈ ਉਹ ਵੀ ਤਕਰੀਬਨ 3 ਤੇ 4 ਕਿਲੋਮੀਟਰ ਤੋਂ ਦੂਰ ਹੈ। ਲੇਕਿਨ ਮੈਂ ਸੁੱਤਾ ਪਿਆ ਸੀ ਤੇ ਮੈਂ ਅਚਾਨਕ ਮੇਰੀ ਅੱਖ ਖੁੱਲੀ ਕਿ ਦਰਵਾਜ਼ੇ ਮੇਰੇ ਘਰ ਦੇ ਹਿਲ ਗਏ। ਇੰਨਾ ਜ਼ੋਰਦਾਰ ਧਮਾਕਾ ਸੀ ਹੈ ਤੇ ਤੁਸੀਂ ਵੇਖ ਸਕਦੇ ਹੋ ਪਿੱਛੇ ਵੀ ਹਾਲੇ ਤੱਕ ਜਿਹੜੀ ਕੋਈ 5 ਤੋਂ 6 ਘੰਟੇ ਗੁਜ਼ਰਨ ਦੇ ਬਾਵਜੂਦ ਆਗ ਤੇ ਕਾਬੂ ਨਹੀਂ ਪਾਇਆ ਗਿਆ। ਤਕਰੀਬਨ 22 ਗਾੜੀਆਂ ਜਿਹੜੀ ਰੈਸਕਿਊ ਦੀ ਇੱਥੇ ਮੌਜੂਦ ਸੀ। ਬਿਲਕੁਲ ਬਿਲਕੁਲ ਗੱਡੀਆਂ ਮੌਜੂਦ ਸੀ ਇੱਥੇ। ਰੈਸਕਿਊ ਅਗਰ ਵਿਕਾਸ ਅੱਗੇ ਹੋ ਕੇ ਦਿਖਾਉਂਦਾ ਵਾ ਕਿ ਰੈਸਕਿਊ ਦੇਖੋਗੇ ਤੁਸੀਂ ਹਾਲੇ ਵੀ ਅੱਗ ਬੁਝਾ ਰਹੀ ਔਰ ਅੱਗ ਹਾਲੇ ਤੱਕ ਬੁਝੀ ਨਹੀਂ ਹੈ। ਜਿੰਨੀ ਵੀ ਇੱਥੇ ਸੀ ਨਾ ਕਾਫੀ ਜ਼ਿਆਦਾ ਰੈਸਕਿਊ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਨੇ, ਰੈਸਕਿਊ ਦੇ ਬੰਦੇ ਪਹੁੰਚੇ ਨੇ ਜਿਹੜੇ ਕਿਤੇ ਆਪਰੇਸ਼ਨ ਕਰਦੇ ਪਏ ਨੇ, ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਹਾਲੇ ਤੱਕ ਨਹੀਂ ਹੋਈ। ਅਗਰ ਇਸ ਸਾਈਡ ਤੇ ਦਿਖਾਣਾ ਕਿ ਫੈਕਟਰੀ ਪੂਰੀ ਦੀ ਪੂਰੀ ਤਬਾਹ ਹੋ ਗਈ। ਇੱਕ ਨਹੀਂ ਤਿੰਨ ਫੈਕਟਰੀਆਂ ਜਿਹੜੀਆਂ ਕਿ ਫੈਸਲਾਬਾਦ ਤਬਾਹ ਹੋ ਗਈਆਂ ਨੇ। ਔਰ ਇਸ ਵਕਤ ਜਿੱਥੇ ਮੈਂ ਖੜਾ ਵੈਸੇ ਇਹ ਹਾਲਾਂਕਿ ਇਹ ਵੀ ਹੈਗਾ ਮਤਲਬ ਕਮਰਾ ਸੀ ਲੇਕਿਨ ਕਮਰਾ ਨੀਚੇ ਗਿਰ ਗਿਆ ਜਿਹਦੀ ਵਜ੍ਹਾ ਤੋਂ ਤੁਸੀਂ ਅਗਰ ਦੇਖਦੇ ਜੇ ਇਸ ਸਾਈਡ ਤੇ ਸਾਰੇ ਦੇ ਸਾਰੇ ਅਗਰ ਤੁਸੀਂ ਦੇਖੋ ਤੇ ਹਰ ਪਾਸੇ ਹੀ ਤਬਾਹੀ ਮਚੀ ਪਈ ਹੈ। ਲੇਕਿਨ ਮੌਜ਼ਮ ਭਾਈ ਤੁਸੀਂ ਇੱਕ ਚੀਜ਼ ਮੈਂ ਐਡ ਕਰਾਂਗਾ, ਤੁਸੀਂ ਵੇਖ ਸਕਦੇ ਹੋ ਕਿੰਨਾ ਖਤਰਨਾਕ ਕੈਮੀਕਲ ਹੈ ਇੱਥੇ ਖਲੋਣਾ ਵੀ ਸਾਡੇ ਲਈ ਮੁਸ਼ਕਿਲ ਹੈ। ਬਿਲਕੁਲ ਤੇ ਜਦੋਂ ਇਹ ਪਹਿਲੇ ਫੈਕਟਰੀ ਚੱਲਦੀ ਸੀ ਉਤੋਂ ਵੀ ਐਸੇ ਮੇਰੀ ਐਨੀ ਸ਼ਾਹਿਦੀਨ ਨਾਲ ਗੱਲ ਹੋਈ ਹੈ। ਉਹਨਾਂ ਨੇ ਵੀ ਆਈ ਕਹਿਣਾ ਇਲਾਕਾ ਮਕੀਨ ਜਿਹੜੇ ਸੀ ਉਹ ਕਹਿੰਦੇ ਨੇ ਕਿ ਅਸੀਂ 50 ਤੋਂ 60 ਵਾਰੀ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਲੇਕਿਨ ਇਹਨੂੰ ਬੰਦ ਨਹੀਂ ਕੀਤਾ ਗਿਆ। ਬਿਲਕੁਲ ਉਦੋਂ ਕੋਈ ਵੀ ਜ਼ਿਲ੍ਹਾ ਇੰਤਜ਼ਾਮੀਆ ਦਾ ਕੋਈ ਬੰਦਾ ਜਿਹੜਾ ਅਫਸਰ ਇੱਥੇ ਮੌਜੂਦ ਨਹੀਂ ਰਿਹਾ। ਠੀਕ ਹੈ ਹੁਣ ਜਦੋਂ ਹਾਦਸਾ ਹੋ ਗਿਆ ਤੇ ਹੁਣ ਉਹਨਾਂ ਦਾ ਆਉਣ ਦਾ ਕੀ ਫਾਇਦਾ। ਅੱਛਾ ਇੱਥੇ ਵੈਸੇ ਮੈਂ ਦੱਸਦਾ ਜਾਵਾਂ ਇੱਥੇ ਸਾਨੂੰ ਵੀ ਖਲੋਣਾ ਬੜਾ ਮੁਸ਼ਕਿਲ ਹੋ ਰਿਹਾ ਔਰ ਸਾਹ ਦਾ ਇੰਨਾ ਮਸਲਾ ਹੋ ਰਿਹਾ, ਅੱਖਾਂ ਦੇ ਵਿੱਚ ਇੰਨਾ ਕੈਮੀਕਲ ਆ। ਇੱਥੇ ਦੇ ਇਲਾਕਾ ਮਕੀਨ ਕਿਸ ਤਰ੍ਹਾਂ ਰਹਿੰਦੇ ਹੋਣਗੇ? ਜ਼ਿਲ੍ਹਾ ਇੰਤਜ਼ਾਮੀਆ ਕਿੱਥੇ ਸੀ? ਜ਼ਿਲ੍ਹਾ ਇੰਤਜ਼ਾਮੀਆ ਨੂੰ ਕਿਉਂ ਨਹੀਂ ਪਹਿਲੇ ਪਤਾ ਚੱਲਿਆ ਕਿ ਇਹਦੇ ਨਾਲ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ? ਜ਼ਿਲ੍ਹਾ ਇੰਤਜ਼ਾਮੀਆ ਨੂੰ ਕਿਉਂ ਨਹੀਂ ਪਹਿਲੇ ਸ਼ਰਮ ਆਈ? ਜ਼ਿਲ੍ਹਾ ਇੰਤਜ਼ਾਮੀਆ ਨੇ ਪਹਿਲੇ ਕਿਉਂ ਨਹੀਂ ਦੇਖਿਆ ਕਿ ਨਾਲ ਛੋਟੇ ਬੱਚੇ ਆ, ਛੋਟੇ ਲੋਕ ਆ, ਫੈਮਲੀਆਂ ਵਾ, ਬੁੱਢੀਆਂ ਬੰਦੇ ਰਹਿੰਦੀਆਂ ਵਾ, ਉਦੋਂ ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲਿਆ? ਹੁਣ ਜਦੋਂ ਇੱਕ ਲੋਕਾਂ ਦਾ ਵੱਡਾ ਹਾਦਸਾ ਹੋ ਗਿਆ ਤੇ ਜ਼ਿਲ੍ਹਾ ਇੰਤਜ਼ਾਮੀਆ ਭੱਜੀ ਆ ਦੌੜੀ ਇੱਥੇ। ਖੈਰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਲੇਕਿਨ ਹਾਲਾਤ ਇੱਥੇ ਬਹੁਤ ਜ਼ਿਆਦਾ ਖਰਾਬ ਆ। ਹਾਲੇ ਤੱਕ ਜਿਹੜੇ ਨਾਲ ਲੋਕ ਰਹਿੰਦੇ ਆ ਉਹਨਾਂ ਵਾਸਤੇ ਬੜੀ ਮੁਸ਼ਕਿਲ ਆ, ਸਾਡੇ ਕੋਲ ਬੋਲਿਆ ਨਹੀਂ ਜਾ ਰਿਹਾ। ਖੈਰ ਜਿਹੜੀ ਵੀ ਰਿਪੋਰਟ ਹੋਏਗੀ ਤੁਹਾਨੂੰ ਅਸੀਂ ਦਿੰਦੇ ਜਾਵਾਂਗੇ ਲੇਕਿਨ ਫੈਸਲਾਬਾਦ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ।